देखो अज का राइटिंग का टास्क टू टॉपिक हैगा चाइल्डहुड ओबेसिटी हैज़ बिकम अ सीरियस प्रॉब्लम इन रीसेंट ईयर्स वट आर द प्राइमरी कॉजेज ऑफ दिस वट मेजर्स शुड बी टेकन टू रिड्यूस चाइल्डहुड ओबेसिटी। फस्ट ऑफ ऑल ओबेसिटी हुंदा मोटापा फैटनेस। ओबेसिटी का मतलब हुंदा मोटापा, ओबीज हुंदा मोटा, ठीक है। ਹੁਣ ਕਹਿੰਦੇ ਆ ਟੌਪਿਕ ਹੈਗਾ ਕਿ ਅੱਜ ਕੱਲ੍ਹ ਦੇ ਸਾਲਾਂ ਦੇ ਵਿੱਚ ਹੁਣ ਜਿਹੜੇ ਪਿੱਛੇ ਜੇ ਨਿਕਲ ਕੇ ਗਏ ਨੇ ਉਹ ਸਾਲਾਂ ਦੇ ਵਿੱਚ ਕੀ ਹੋਇਆ ਉਦੋਂ ਤੋਂ ਹੁਣ ਤੱਕ ਵੀ ਜਿਹੜਾ ਜਵਾਕ ਛੋਟੇ ਹੁੰਦੇ ਤੋਂ ਹੀ ਮੋਟੇ ਹੁੰਦੇ ਆ, ਛੋਟੇ ਜਵਾਕ ਹੀ ਮੋਟੇ ਹੁੰਦੇ ਆ, ਉਹਦੀ ਪ੍ਰੋਬਲਮ ਬਹੁਤ ਜ਼ਿਆਦਾ ਵੱਧ ਚੁੱਕੀ ਹੈ। ਦੱਸੋ ਕਿ ਇਹਦੇ ਪ੍ਰਾਇਮਰੀ ਕਾਜ਼ਸ ਕੀ ਨੇ, ਕਿ ਉਹ ਕਿਉਂ ਹੁੰਦੀ ਆ, ਇਹ ਪ੍ਰੋਬਲਮ ਹੁੰਦੀ ਕਿਉਂ ਹੈ। ਤੇ ਨਾਲੇ ਉਹਨਾਂ ਨੇ ਪੁੱਛਿਆ ਵਾ ਕਿ ਦੱਸੋ ਕਿ ਕੀ ਕੀਤਾ ਜਾਵੇ ਇਸ ਪ੍ਰੋਬਲਮ ਨੂੰ ਘਟਾਉਣ ਦੇ ਲਈ। ਜੇ ਸਮ ਅਪ ਕਰਕੇ ਆਪਾਂ ਦੱਸੀਏ, ਉਹਨਾਂ ਨੇ ਇੱਕ ਚੀਜ਼ ਪੁੱਛੀ ਆ ਕਿ ਜਿਹੜੇ ਅੱਜ ਕੱਲ੍ਹ ਦੇ ਟਾਈਮ ਦੇ ਵਿੱਚ ਜਿਹੜੇ ਜਵਾਕ ਨੇ ਉਹ ਮੋਟੇ ਨੇ, ਛੋਟੇ ਹੁੰਦੇ ਤੋਂ ਹੀ ਮੋਟੇ ਨੇ, ਛੋਟੇ ਹੁੰਦੇ ਤੋਂ ਜਵਾਕ ਮੋਟੇ ਨੇ, ਜਾਂ ਬੜੇ ਹੁੰਦੇ ਨੇ ਫਿਰ ਹੋਰ ਜ਼ਿਆਦਾ ਫੈਲਦੇ ਜਾਂਦੇ ਆ। ਹੁਣ ਉਹਦਾ ਦੱਸੋ ਕਿ ਕੀ ਕਾਰਨ ਨੇ, ਕਿ ਮੋਟੇ ਕਾਹਤੇ ਨੇ। ਦੂਸਰੇ ਨੰਬਰ ਦੇ ਉੱਤੇ ਦੱਸੋ ਕਿ ਵੀ ਕੀ ਕੀਤਾ ਜਾਵੇ ਤਾਂ ਜੋ ਪਤਲੇ ਹੋ ਜਾਣ, ਠੀਕ ਆ। ਹੁਣ ਇਸ ਦੇ ਵਿੱਚ ਆਪਣਾ ਜਿਹੜਾ ਰਾਈਟਿੰਗ ਦਾ ਟੌਪਿਕ ਹੈ ਉਸਨੂੰ ਐਕਸਪਲੇਨ ਕਰਨ ਦੇ ਲਈ ਆਪਾਂ ਸਭ ਤੋਂ ਪਹਿਲੇ ਨੰਬਰ 'ਤੇ ਆਪਾਂ ਨੂੰ ਪਤਾ ਇੰਟਰੋਡਕਸ਼ਨ ਤੋਂ ਬਾਅਦ ਦੇ ਵਿੱਚ ਆਪਾਂ 2 ਬੋਡੀ ਪੈਰਾਗ੍ਰਾਫਸ ਕੰਸਟਰਕਟ ਕਰਾਂਗੇ। ਇਹਦਾ ਫਸਟ ਬੋਡੀ ਪੈਰਾਗ੍ਰਾਫ ਆਪਾਂ ਆਨਸਰ ਦਵਾਂਗੇ ਪਹਿਲੇ ਕੁਐਸਚਨ ਦਾ, ਜਿਹੜੇ ਕੁਐਸਚਨ ਦੇ ਵਿੱਚ 7 ਕੁਐਸਚਨ ਪੁੱਛਿਆ ਗਿਆ ਵਾ ਵਟ ਆਰ ਦਾ ਪ੍ਰਾਇਮਰੀ ਕਾਜ਼ਸ ਆਫ ਦਿਸ, ਇਸ ਦੇ ਕੀ ਕਾਰਨ ਨੇ, ਉਹਦਾ ਆਨਸਰ ਆਪਾਂ ਪਹਿਲੇ ਬੀਪੀ 'ਚ ਦੇਵਾਂਗੇ। ਸੈਕਿੰਡ ਬੋਡੀ ਪੈਰਾਗ੍ਰਾਫ 'ਚ ਆਪਾਂ ਦੱਸਾਂਗੇ ਕਿ ਕੀ ਕੀਤਾ ਜਾਵੇ ਤਾਂ ਜੋ ਜਵਾਕ ਮੋਟੇ ਨਾ ਹੋਣ, ਤੇ ਉਸ ਤੋਂ ਬਾਅਦ ਦੇ ਵਿੱਚ ਹੋਊਗਾ ਰਿਜ਼ਲਟ, ਠੀਕ ਆ। ਹੁਣ ਦੇਖੋ ਆਪਾਂ ਇੰਟਰੋਡਕਸ਼ਨ ਕਿਵੇਂ ਬਣਾਵਾਂਗੇ। ਇੰਟਰੋਡਕਸ਼ਨ ਦੇ ਵਿੱਚ ਆਪਾਂ ਲਿਖਾਂਗੇ ਚਿਲਡਰਨ ਨੂੰ ਆਪਾਂ ਕੀ ਕਹਿ ਸਕਦੇ, ਜੁਵੇਨਾਈਲ ਕਹਿ ਸਕਦੇ ਹਾਂ, ਠੀਕ ਆ ਨਾ। ਜੁਵੇਨਾਈਲਸ these days are becoming fat from their initial age of childhood, ਠੀਕ ਹੈ ਨਾ। ਆ ਸਾਰੇ ਦਾ ਸਾਰਾ ਆਪਾਂ ਇਸ ਹਿਸਾਬ ਦੇ ਨਾਲ ਕਰ ਸਕਦੇ ਹਾਂ ਕਿ ਜੁਵੇਨਾਈਲਸ nowadays are becoming fat from the initial age of their childhood which associates with several causes that how they become this fat and the measures which can be taken या remedies कह दो, ठीक है ना, and the remedies which can be taken to cure it will be explained in the further paragraphs। ਸਿੰਪਲ ਆਪਾਂ ਐਵੇਂ ਰੱਖਣਾ, ਸਿੰਪਲੀ ਦੁਬਾਰਾ ਬੋਲਦਾ ਕਿ ਇਹਦੇ ਵਿੱਚ ਲਿਖਣਾ ਕੀ ਹੈ ਕਿ ਜਵਾਕ ਅੱਜ ਕੱਲ੍ਹ ਮੋਟੇ ਹੁੰਦੇ ਜਾ ਰਹੇ ਨੇ, ਜਵਾਕ ਅੱਜ ਕੱਲ੍ਹ ਮੋਟੇ ਹੁੰਦੇ ਜਾ ਰਹੇ ਨੇ ਜਿਹੜੇ ਕਿ ਕਈ ਕਾਰਨਾਂ ਕਰਕੇ ਹੋ ਰਿਹਾ ਹੈ, ਜੋ ਕਿ ਕਈ ਕਾਰਨਾਂ ਕਰਕੇ ਹੋ ਰਿਹਾ ਹੈ, ਜਿਸ ਨੂੰ ਸੋਲਵ ਕਰਨ ਦੇ ਸਾਰੇ ਤਰੀਕੇ ਆਉਣ ਵਾਲੇ ਪੈਰਾਗ੍ਰਾਫ 'ਚ ਲਿਖੇ ਹੋਣਗੇ। ਇਹ ਸਾਡੀ ਇੰਟਰੋਡਕਸ਼ਨ ਬਣ ਜੂਗੀ, ਬੜੀ ਸਿੰਪਲ ਜੀ। ਉਸ ਤੋਂ ਬਾਅਦ ਜਿਹੜਾ ਫਸਟ ਬੋਡੀ ਪੈਰਾਗ੍ਰਾਫ ਉਹਦੇ ਵਿੱਚ ਤਾਂ ਆਪਾਂ ਸਭ ਤੋਂ ਪਹਿਲਾਂ ਲਿਖਣਾ ਵਾ ਵੀ ਪ੍ਰਾਇਮਰੀ ਕਾਜ਼ ਕੀ ਆ, ਕੀ ਕਾਜ਼ਸ ਨੇ। ਇਹਨਾਂ ਦੇ ਕਾਜ਼ਸ ਲਿਖਿਆ ਆਪਾਂ 2 ਜਾਂ 3 ਕਾਜ਼ਸ ਦੀ ਗੱਲ ਕਰਨੀ ਜਿਹਦੇ ਕਰਕੇ ਜਵਾਕ ਮੋਟੇ ਹੁੰਦੇ ਨੇ। ਪਰ ਲਿਖਣ ਤੋਂ ਪਹਿਲਾਂ ਆਪਾਂ ਫਰੈਸ਼ ਇੱਕ ਆਈਡੀਆ ਲੈ ਲਈਏ ਕੀ ਕਾਹਦੇ ਲਈ ਮੋਟੇ ਹੁੰਦੇ ਨੇ। ਉਹ ਪਹਿਲੇ ਨੰਬਰ ਦੇ ਉੱਤੇ ਤਾਂ ਹੈਗਾ ਜੀ ਉਹ ਅੱਜ ਕੱਲ੍ਹ ਦੇ ਰੀਸੈਂਟ ਈਅਰ ਦੀ ਗੱਲ ਕੀਤੀ ਆ, ਉਹਦੇ ਵਿੱਚ ਕੀ ਹੋਇਆ ਵਾ ਕਿ ਜਵਾਕਾਂ ਦੇ ਵਿੱਚ ਐਕਟੀਵਿਟੀ ਘਟ ਗਈ ਆ ਬਾਹਰ ਜਾ ਕੇ ਖੇਡਣ ਦੀ। ਇਹ ਹੋਇਆ ਵਾ ਬਿਕੋਜ਼ ਆਫ COVID-19 ਦੇ ਕਰਕੇ ਵੀ ਹੋਇਆ ਵਾ ਕਿ ਰਿਸਟ੍ਰਿਕਸ਼ਨਸ ਲੱਗ ਗਈਆਂ, ਪ੍ਰੋਹਿਬਿਟ ਕਰਤਾ ਉਹਨਾਂ ਨੂੰ ਵੀ ਬਾਹਰ ਜਾ ਕੇ ਖੇਡਣਾ ਨਹੀਂ ਹੈਗਾ। ਦੂਸਰੇ ਨੰਬਰ ਦੇ ਉੱਤੇ ਐਡਵਾਂਸਮੈਂਟ ਦੇ ਕਰਕੇ ਵੀ ਹੋਇਆ ਵਾ ਵੀ ਜਿਹੜੇ ਜਵਾਕ ਨੇ ਉਹ ਬਾਹਰ ਜਾ ਕੇ ਖੇਡਦੇ ਆਪ ਵੀ ਹੈ ਨਹੀਂ, ਕਿ ਉੱਤੋਂ ਜੀ ਜਿਹੜੇ ਪਹਿਲਾਂ ਆਪ ਖੇਡਣਾ ਚਾਹੁੰਦੇ ਹੁੰਦੇ ਸੀ ਉਹਨਾਂ ਨੂੰ ਵੀ ਰਿਸਟ੍ਰਿਕਟ ਕਰ ਦਿੱਤਾ ਗਿਆ COVID-19 ਦੇ ਕਰਕੇ, ਜਿਹਦੇ ਕਰਕੇ ਉਹ ਮੋਟੇ ਹੋਣੇ ਸਟਾਰਟ ਹੋ ਗਿਆ। ਪਹਿਲੀ ਤਾਂ ਗੱਲ ਇਹ ਹੋ ਗਈ। ਦੂਸਰੇ ਨੰਬਰ ਦੇ ਉੱਤੇ ਆਪਾਂ ਕਹਿ ਸਕਦੇ ਹਾਂ ਕਿ ਮਾਈਂਡ ਦੇ ਉੱਤੇ ਸਟ੍ਰੈਸ ਕਾਫੀ ਵੱਧ ਚੁੱਕਾ ਹੈ ਜਵਾਕਾਂ ਦੇ। ਕਿਉਂ ਵੱਧ ਚੁੱਕਿਆ, ਕਿਵੇਂ ਵੱਧ ਚੁੱਕਿਆ ਉਹ ਵੀ ਦੇਖੋ। ਅਰਲੀ ਚਾਈਲਡਹੁੱਡ ਤੋਂ ਹੀ ਉਹਨਾਂ ਨੂੰ ਟੈਨਸ਼ਨ ਪਾਉਣੀ ਸਟਾਰਟ ਕਰ ਦਿੱਤੀ ਜਾਂਦੀ ਉਹਨਾਂ ਦੇ ਪੇਰੈਂਟਸ ਵੱਲੋਂ, ਉਹਨਾਂ ਦੇ ਸਕੂਲ ਵੱਲੋਂ ਕਿ ਤੁਹਾਨੂੰ ਜ਼ਿਆਦਾ ਪੜ੍ਹਨਾ ਪੈਣਾ ਹੈ ਤਾਂ ਜੋ ਤੁਸੀਂ ਆਉਣ ਵਾਲੇ ਟਾਈਮ 'ਚ ਸਾਇੰਸ ਸਟਰੀਮ ਜਾਂ ਕੋਈ ਵਧੀਆ ਸਟਰੀਮਸ ਲੈ ਸਕੋ ਅਤੇ ਆਪਣੇ ਮਨਪਸੰਦ ਕਾਲਜ 'ਚ ਜਾ ਸਕੋ। ਜਿਹਦੇ ਨਾਲ ਕੀ ਹੁੰਦਾ, 4th 5th 6th 7th ਵਾਲੇ ਜਵਾਕ ਆਪਣੇ अर्ली ਚਾਈਲਡਹੁੱਡ ਦੇ ਵਿੱਚ ਹੀ ਉਹ ਸਬਜੈਕਟ ਪੜ੍ਹਨੇ ਸਟਾਰਟ ਕਰ ਦਿੰਦੇ ਨੇ ਜਾਂ ਉਹਨਾਂ ਬਾਰੇ ਨੌਲੇਜ ਲੈਣੀ ਸਟਾਰਟ ਕਰ ਦਿੰਦੇ ਨੇ
ਜਿਹੜੇ ਉਹਨਾਂ ਨੂੰ ਫਰਦਰ ਲਾਈਫ ਦੇ ਵਿੱਚ ਕੰਮ ਆਉਣਗੇ, ਜਿਹਦੇ ਨਾਲ ਕਿ ਐਕਸਟਰਾ ਬਰਡਨ ਹੁੰਦਾ ਉਹਨਾਂ ਦੇ ਸਿਰ ਦੇ ਉੱਤੇ। ਤੇ ਇੱਕ ਸਾਇੰਟੀਫਿਕ ਰਿਸਰਚ ਦੁਆਰਾ ਇਹ ਪ੍ਰੂਵ ਕੀਤਾ ਗਿਆ, ਜੇ ਸਟ੍ਰੈਸ ਹੁੰਦਾ, ਸਟ੍ਰੈਸ ਦੇ ਨਾਲ ਬੰਦਾ ਓਬੀਸ ਹੋਣਾ ਸਟਾਰਟ ਹੋ ਜਾਂਦਾ ਹੈ। ਇਹ ਕੁਝ ਕੁ ਕਾਰਨ ਨੇ ਜਵਾਕਾਂ ਦੇ ਵਿੱਚ ਓਬੈਸਿਟੀ ਦੇ। ਤੁਸੀਂ ਫਾਸਟ ਫੂਡ ਦੀ ਗੱਲ ਵੀ ਕਰ ਸਕਦੇ ਹੋ ਕਿ ਵੀ ਬੱਚੇ ਅੱਜ ਕੱਲ੍ਹ ਜ਼ਿਆਦਾ ਫਾਸਟ ਫੂਡ ਖਾਣਾ ਸ਼ੁਰੂ ਕਰਤਾ ਹੈ ਉਹਨਾਂ ਨੇ, ਬਿਕੋਜ਼ ਪਹਿਲਾਂ ਕੀ ਹੁੰਦਾ ਸੀਗਾ, ਪਹਿਲਾਂ ਕਿਸੇ ਇੱਕ ਸਪੈਸੀਫਿਕ ਥਾਂ ਦੇ ਉੱਤੇ ਅਵੇਲੇਬਲ ਹੁੰਦਾ ਸੀਗਾ ਫਾਸਟ ਫੂਡ ਜੇ ਕਿਸੇ ਨੇ ਖਾਣਾ ਵਾ। ਬਟ ਅੱਜ ਦੇ ਟਾਈਮ ਦੇ ਵਿੱਚ ਤਾਂ ਪਹਿਲੇ ਨੰਬਰ ਦੇ ਉੱਤੇ ਸਟਾਲਸ ਕਾਫੀ ਜ਼ਿਆਦਾ ਲੱਗ ਚੁੱਕੇ ਹਨ। ਦੂਸਰੇ ਨੰਬਰ ਦੇ ਉੱਤੇ ਕੀ ਹੋ ਗਿਆ ਕਿ ਜੇ ਕਿਸੇ ਨੇ ਫਾਸਟ ਫੂਡ ਖਾਣਾ, ਕਿਤੇ ਜਾਣ ਦੀ ਲੋੜ ਨਹੀਂ ਹੈਗੀ। ਈਵਨ ਇਨ ਦਾ ਰੂਰਲ ਏਰੀਆ ਦੇ ਕੈਨ ਆਰਡਰ ਬਾਈ ਸਵੀਗੀ ਐਂਡ ਜ਼ੋਮੈਟੋ, ਠੀਕ ਹੈ ਨਾ। ਆਪਣੇ ਰੂਰਲ ਏਰੀਆ ਦੇ ਵਿੱਚ ਵੀ ਸਵੀਗੀ ਜਾਂ ਜ਼ੋਮੈਟੋ ਦੇ ਜ਼ਰੀਏ, ਠੀਕ ਹੈ ਨਾ, ਉਹ ਮੰਗਾ ਸਕਦੇ ਨੇ ਕੋਈ ਵੀ ਤਰੀਕੇ ਦਾ ਫੂਡ। ਤੇ ਇਹ ਕੁਝ ਕੁ ਕਾਰਨ ਨੇ ਕਿ ਮੋਟੇ ਕਾਤੇ ਹੁੰਦੇ ਜਾ ਰਹੇ ਆ। ਸੈਕਿੰਡਲੀ, ਹੈ ਨਾ, ਆਪਾਂ ਸੈਕਿੰਡ ਬੋਡੀ ਪੈਰਾਗ੍ਰਾਫ ਦੇ ਵਿੱਚ ਲਿਖਾਂਗੇ ਵੀ ਉਹਨਾਂ ਨੂੰ ਕਿਉਰ ਕਿਵੇਂ ਕੀਤਾ ਜਾ ਸਕਦਾ, ਕਿ ਇਹਨਾਂ ਨੂੰ ਸਹੀ ਕਿਵੇਂ ਕੀਤਾ ਜਾ ਸਕਦਾ। ਕੁਐਸਚਨ ਪੜ੍ਹੋ, ਉਹਨਾਂ ਨੇ ਸੈਕਿੰਡ ਬੀਪੀ ਦੇ ਲਈ ਲਿਖਿਆ ਹੋਇਆ, ਵਟ ਮੈਜਰ ਸ਼ੁੱਡ ਬੀ ਟੇਕਨ ਟੂ ਰਿਡਿਊਸ ਚਾਈਲਡਹੁੱਡ ਓਬੈਸਿਟੀ। ਕੀ ਕੀਤਾ ਜਾਵੇ ਤਾਂ ਜੋ ਉਹਨਾਂ ਦੀ ਚਾਈਲਡਹੁੱਡ ਓਬੈਸਿਟੀ ਘਟ ਜਾਵੇ। ਇਹਦੇ ਲਈ ਕੀਤਾ ਜਾ ਸਕਦਾ ਵਾ, ਪਹਿਲੇ ਨੰਬਰ ਦੇ ਉੱਤੇ ਤਾਂ ਜਿਹੜੇ ਸਕੂਲ ਨੇ, ਸਕੂਲ ਤੇ ਪੈਰੈਂਟਸ, ਇਹ ਦੋਨਾਂ ਨੂੰ ਮੁੱਦਾ ਚੱਕਣਾ ਚਾਹੀਦਾ ਚਾਈਲਡਹੁੱਡ ਓਬੈਸਿਟੀ ਦੇ ਖਿਲਾਫ। ਸਕੂਲਸ ਨੂੰ ਚਾਹੀਦਾ ਵਾ ਕਿ ਉਹ ਆਪਣੇ ਕਰਿਕੂਲਮ ਦੇ ਵਿੱਚ ਸਟ੍ਰੈਸ ਲੋਡ ਘਟਾਵੇ ਥੋੜ੍ਹਾ ਜਿਹਾ, ਜਿਹੜਾ ਜਵਾਕਾਂ ਦੇ ਉੱਤੇ ਪੈਂਦਾ ਵਾ। ਜੇ ਸਟ੍ਰੈਸ ਲੋਡ ਘਟਾ ਕੇ ਉਹਨਾਂ ਨੂੰ ਕੁਝ ਕੁ ਟਾਈਮ ਫਿਜ਼ੀਕਲ ਐਜੂਕੇਸ਼ਨ ਦਾ ਦੇਣਗੇ ਤਾਂ ਉਹਨਾਂ ਨੂੰ ਪਤਾ ਲੱਗੂਗਾ, ਉਹ ਆਪਣੇ ਆਪ ਅਵੇਅਰ ਹੋਣਗੇ ਕਿ ਚਾਈਲਡਹੁੱਡ ਏਜ ਦੇ ਵਿੱਚ ਅਸੀਂ ਤੇ ਹੁਣ ਤੋਂ ਆਪਣੀ ਓਬੈਸਿਟੀ ਨੂੰ ਜੇ ਕੰਟਰੋਲ ਕਰਾਂਗੇ ਤਾਂ ਆਉਣ ਵਾਲੇ ਟਾਈਮ ਦੇ ਵਿੱਚ ਸਾਨੂੰ ਹੈਲਥ ਕੰਪਲਿਕੇਸ਼ਨਸ ਨਹੀਂ ਹੋਣਗੀਆਂ। ਦੂਸਰੇ ਨੰਬਰ ਦੇ ਉੱਤੇ ਲਿਖਿਆ ਜਾ ਸਕਦਾ, ਜਿਹੜੇ ਪੈਰੈਂਟਸ ਨੇ, ਪੈਰੈਂਟਸ ਨੂੰ ਚਾਹੀਦਾ ਵਾ ਉਹ ਆਪਣੇ ਜਿਹੜੇ ਆਫਸਪ੍ਰਿੰਗ ਨੇ ਉਹਨਾਂ ਨੂੰ ਗਾਈਡ ਕਰੇ ਖਾਣ ਪੀਣ ਪ੍ਰਤੀ, ਵੀ ਉਹਨਾਂ ਦੀ ਡਾਈਟ ਕੈਸੀ ਹੋਣੀ ਚਾਹੀਦੀ ਆ, ਕਿੰਨੀ ਡਾਈਟ ਦੇ ਉੱਤੇ ਕਿੰਨੀ ਐਕਸਰਸਾਈਜ਼ ਹੋਣੀ ਚਾਹੀਦੀ ਆ, ਉਹਨਾਂ ਨੂੰ ਖੇਡਣਾ ਵੀ ਚਾਹੀਦਾ, ਠੀਕ ਆ। ਉਹਨਾਂ ਦੇ ਪੇਰੈਂਟਸ ਨੂੰ ਚਾਹੀਦਾ ਕਿ ਹੈਲਦੀ ਫੂਡ ਦੇਣ ਇੰਸਟੈਡ ਆਫ ਫਾਸਟ ਫੂਡ ਐਵਰੀ ਟਾਈਮ, ਠੀਕ ਆ। ਆਹ ਸਾਰੇ ਕੁਝ ਕੰਪਲਿਕੇਸ਼ਨਸ ਨੂੰ ਲੋਟ ਕਰਨ ਦੇ ਲਈ ਆਪਾਂ ਸਟੈਪ ਚੱਕ ਸਕਦੇ ਹਾਂ ਤੇ ਜਿਹਦੇ ਨਾਲ ਸਹੀ ਹੋ ਸਕਦੇ ਨੇ ਜਵਾਕ। ਸਿਰਫ 2 ਦੱਸ ਦਿਓ, ਇੱਕ ਸਕੂਲ ਵੱਲੋਂ ਵੀ ਹੈਲਥ ਵੀ ਉਹਨਾਂ ਦੀ ਜਿਹੜੀ ਮੈਂਟਲ ਹੈਲਥ ਉਹਨੂੰ ਸੁਧਾਰਿਆ ਜਾ ਸਕਦਾ ਵਾ ਸਟੱਡੀ ਨੂੰ ਘੱਟ ਕਰਕੇ, ਬਿਕੋਜ਼ ਆਪਾਂ ਆਨਸਰ ਉਹਨਾਂ ਦੇ ਦੇਣੇ ਆ, ਉਹਨਾਂ ਨੂੰ ਸਹੀ ਕਰਨ ਦੇ ਦੇਣੇ ਆ ਜਿਨ੍ਹਾਂ ਨੂੰ ਆਪਾਂ ਪ੍ਰੋਬਲਮ ਦੇ ਵਿੱਚ ਡਿਸਕਸ ਕੀਤਾ ਕਿ ਕਿਉਂ ਕਿ ਉਹਨਾਂ ਦਾ weight ਵੱਧ ਰਿਹਾ, ਠੀਕ ਆ, ਤਾਂ ਜੋ ਸਾਡੀ ਲਿੰਕਿੰਗ ਬਣੀ ਰਹੇ। ਮੈਂ ਦੁਬਾਰਾ ਦੁਹਰਾਉਣਾ, ਜਿਹੜਾ ਆਪਾਂ ਫਸਟ ਬੋਡੀ ਪੈਰਾਗ੍ਰਾਫ ਦੇ ਵਿੱਚ ਲਿੰਕਿੰਗ ਬਣਾਉਣ ਲਈ ਕੀਤਾ ਸੀਗਾ ਕਿ ਜੀ ਉਹਨਾਂ ਦਾ ਸਟ੍ਰੈਸ ਵੱਧ ਤਾਂ ਮੋਟੇ ਹੋ ਰਹੇ ਆ, ਉਹ ਜੀ ਬਾਹਰ ਜਾ ਕੇ ਖੇਡਦੇ ਕੁੱਦਦੇ ਨਹੀਂ, ਠੀਕ ਆ, ਫਾਸਟ ਫੂਡ ਖਾਂਦੇ ਤਾਂ ਮੋਟੇ ਹੋ ਰਹੇ ਆ। ਹੁਣ ਉਹਦਾ ਹੀ ਆਪਾਂ ਥੱਲੇ ਆਨਸਰ ਦੇਣਾ ਵਾ ਕਿ ਵੀ ਸਟ੍ਰੈਸ ਘਟਾਓ, ਸਕੂਲ ਵੱਲੋਂ ਘਟੂਗਾ, ਉਹ ਫਾਸਟ ਫੂਡ ਘਟਾਓ, ਪੇਰੈਂਟਸ ਘਟਵਾ ਸਕਦੇ ਜੇ ਪੈਸੇ ਨਹੀਂ ਦੇਣਗੇ, ਉਹਨਾਂ ਨੂੰ ਖੇਡਣ ਲਈ ਉਤਸ਼ਾਹਿਤ ਕਰੋ, ਇਹ ਵੀ ਸਕੂਲ ਵੱਲੋਂ ਉਤਸ਼ਾਹਿਤ ਹੋਊਗਾ ਜਵਾਕ ਜਦ ਉਹਨੂੰ ਪਤਾ ਲੱਗੂਗਾ ਕਿ ਖੇਡਣ ਦੇ ਫਾਇਦੇ ਕਿੰਨੇ ਨੇ। ਤੇ ਪੇਰੈਂਟਸ ਨੂੰ ਵੀ ਹਿੱਸਾ ਪਾਉਣਾ ਚਾਹੀਦਾ ਉਹਨਾਂ ਦੇ ਖੇਡਣ ਦੇ ਵਿੱਚ, ਵੀ ਉਹਨਾਂ ਨੂੰ ਖਿਡਾਉਣ। ਫਿਰ ਉਸ ਤੋਂ ਬਾਅਦ ਦੇ ਵਿੱਚ ਆਪਾਂ ਲਿਖਾਂਗੇ ਇੱਕ ਰਿਜ਼ਲਟ, ਜਿਸ ਦੇ ਵਿੱਚ ਆਪਾਂ ਲਿਖਾਂਗੇ ਕਿ ਆਲ ਇਨ ਆਲ ਇਟ ਇਜ਼ ਐਵੀਡੈਂਟ ਦੈਟ ਇਨਫੈਂਟਸ ਕਹਿ ਲਓ ਜਾਂ ਤੁਸੀਂ ਕਹਿ ਲਓ ਚਿਲਡਰਨ, ਸਿੰਪਲ ਚਿਲਡਰਨ ਲਈ ਵੀ ਲਿਖ ਸਕਦੇ ਹੋ, ਠੀਕ ਆ, ਜਾਂ ਈਚ ਐਂਡ ਐਵਰੀ ਚਾਈਲਡ ਵੀ ਕਹਿ ਸਕਦੇ ਹੋ। ਮੈਂ ਜੁਵੇਨਾਈਲ ਲਿਖਿਆ ਕੀ ਚੱਲ ਰਿਹਾ। All in all, it is evident that juveniles nowadays are becoming fat because of several reasons which are mentioned earlier. Yet this trouble can be solved by opting various remedies. ठीक है, ਇਹ ਅੱਜ ਦਾ ਰਾਈਟਿੰਗ ਦਾ ਟਾਸਕ 2 ਸੀ।